Dear student, welcome back to the second part of the lecture collision. ਬੇਟਾ ਫਸਟ ਪਾਰਟ ਦੇ ਵਿੱਚ ਅਸੀਂ ਕੋਲੀਜ਼ਨ ਬਾਰੇ ਚੰਗੇ ਤਰੀਕੇ ਨਾਲ ਆਪਾਂ ਡਿਸਕਸ ਕਰ ਲਿਆ, ਉਹਦੀਆਂ ਟਾਈਪਸ ਬਾਰੇ ਆਪਾਂ ਡਿਸਕਸ ਕੀਤਾ ਤੇ ਅਸੀਂ ਜਿਹੜਾ ਹੈ ਇਲਾਸਟਿਕ ਕੋਲੀਜ਼ਨ ਇਨ ਵਨ ਡਾਈਮੈਂਸ਼ਨ ਜਿਹੜੀ ਹੈ ਆਪਾਂ ਡਿਸਕਸ ਕਰ ਰਹੇ ਸੀ। ਉਹਦੇ ਵਿੱਚ ਅਸੀਂ ਡਾਇਗਰਾਮ ਵੀ ਬਣਾਈ ਸੀ ਕਿ ਦੋ ਬਾਡੀ ਸੀਗੀਆਂ A ਤੇ B। A ਦੀ ਇਨੀਸ਼ੀਅਲ ਵੈਲੋਸਿਟੀ u1, B ਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਸੀ ਸਾਡੇ ਕੋਲ u2। ਦੋਨੋਂ ਬਾਡੀਜ਼ ਸੇਮ ਸਟ੍ਰੇਟ ਲਾਈਨ ਵਿੱਚ ਜਾ ਰਹੀਆਂ ਸੀ। ਟੱਕਰ ਖਾਣ ਤੋਂ ਬਾਅਦ ਉਹ ਦੋਨੋਂ ਬਾਡੀਜ਼ ਸੈਪਰੇਟ ਹੋ ਗਈਆਂ। A ਦੀ ਫਾਈਨਲ v1 ਬਣ ਗਈ ਸੀ ਤੇ B ਦੀ ਜਿਹੜੀ ਹੈ ਫਾਈਨਲ ਜਿਹੜੀ ਹੈ ਉਹ v2 ਬਣ ਗਈ। ਤੇ ਅਸੀਂ ਆ ਵੀ ਸਟੱਡੀ ਕੀਤਾ ਸੀ ਜੇਕਰ ਸਾਡੇ ਕੋਲ ਇਲਾਸਟਿਕ ਕੋਲੀਜ਼ਨ ਹੋਏਗੀ ਤਾਂ ਕਿਨੈਟਿਕ એનર્ਜੀ ਵੀ ਕੰਜ਼ਰਵ ਹੋਏਗੀ ਤੇ ਲੀਨੀਅਰ ਮੋਮੈਂਟਮ ਵੀ ਜਿਹੜਾ ਹੈ ਕੰਜ਼ਰਵ ਹੋਏਗਾ। ਇਹਨਾਂ ਦੋਨੋਂ ਇਕੁਏਸ਼ਨ ਤੋਂ ਅਸੀਂ ਫਰਦਰ ਡਿਸਕਸ ਕਰਾਂਗੇ। ਨਾਓ ਸੈਕੰਡ ਸਾਡਾ ਲੈਕਚਰ ਹੈ ਕੋਲੀਜ਼ਨ ਤੇ ਬੇਟਾ ਤਾਂ ਕਲੀਅਰ ਹੋਏਗਾ ਤੁਸੀਂ ਪਹਿਲਾ ਲੈਕਚਰ ਹੈ ਚੰਗੇ ਤਰੀਕੇ ਨਾਲ ਅਟੈਂਡ ਕੀਤਾ ਹੋਏ। ਇਸ ਕਰਕੇ ਮੇਰੀ ਪਹਿਲਾ ਰਿਕੁਐਸਟ ਹੈ ਕਿ ਕੋਲੀਜ਼ਨ ਦਾ ਫਸਟ ਲੈਕਚਰ ਹੈ ਪਾਰਟ 1 ਉਹਨੂੰ ਹੈ ਚੰਗੇ ਤਰੀਕੇ ਨਾਲ ਸਮਝੋ, ਕਿਉਂਕਿ ਮੈਂ ਉਥੋਂ ਹੀ ਫਰਦਰ ਅੱਗੇ ਕੰਟੀਨਿਊ ਕਰਨ ਜਾ ਰਿਹਾ ਹਾਂ। ਨਾਓ ਲਾਸਟ ਲੈਕਚਰ ਦੇ ਵਿੱਚ ਅਸੀਂ ਬੇਟਾ ਇੱਥੋਂ ਤੱਕ ਅਸੀਂ ਸਟੱਡੀ ਕੀਤਾ ਸੀ ਕਿ ਜੇਕਰ ਕੋਲੀਜ਼ਨ ਇਲਾਸਟਿਕ ਹੈ ਤੇ ਵਨ ਡਾਈਮੈਂਸ਼ਨ ਚ ਹੈ ਤੇ ਸਾਡੇ ਕੋਲ ਲੀਨੀਅਰ ਮੋਮੈਂਟਮ ਕੰਜ਼ਰਵ ਰਹੇਗਾ। ਇਹ ਇਕੁਏਸ਼ਨ ਉੱਥੇ ਮੈਂ ਡਰਾਈਵ ਕੀਤੀ ਸੀ ਕਿ ਜਿੰਨਾ ਲੀਨੀਅਰ ਮੋਮੈਂਟਮ ਬਿਫੋਰ ਕੋਲੀਜ਼ਨ ਉਹ ਇਕੁਅਲ ਹੋਏਗਾ ਲੀਨੀਅਰ ਮੋਮੈਂਟਮ ਆਫਟਰ ਕੋਲੀਜ਼ਨ। ਇਹ ਇੱਥੇ ਤੱਕ ਅਸੀਂ ਉੱਥੇ ਕਰ ਲਿਆ ਸੀ। ਨਾਓ m1 u1 plus m2 u2 this is the total linear momentum before collision and this is the total linear momentum after collision। after collision ਇਸ ਕਰਕੇ ਆ ਕਿਉਂਕਿ ਫਾਈਨਲ ਵੈਲੋਸਿਟੀਜ਼ ਲੱਗੀਆਂ ਨੇ। ਇਹ ਬਿਫੋਰ ਕੋਲੀਜ਼ਨ ਇਸ ਕਰਕੇ ਆ ਇਹਨਾਂ ਦੀ ਇਨੀਸ਼ੀਅਲ ਜਿਹੜੀਆਂ ਨੇ ਵੈਲੋਸਿਟੀਜ਼ ਨੇ। ਇਹ ਬਾਡੀ A ਦਾ ਮੋਮੈਂਟਮ ਆ B ਦਾ, ਆ ਵੀ A ਦਾ ਆ B ਦਾ। ਇਹ ਫਾਈਨਲ ਵਾਲੇ ਇਹ ਇਨੀਸ਼ੀਅਲ ਵਾਲੇ। ਅਸੀਂ ਕੀ ਕਰਦੇ ਆ ਥੋੜੀ ਜੀ ਇਹਦੇ ਵਿੱਚ ਚੇਂजेस ਕਰਦੇ ਆ। m1 u1 ਇਧਰੋਂ ਜਿਹੜੀ m1 ਵਾਲੀ ਵੈਲਿਊ ਹੈ ਇਧਰ ਲੈ ਆਓ। m1 ਵਾਲੀਆਂ ਜਿਹੜੀਆਂ ਟਰਮਸ ਨੇ ਇਕੱਠੀਆਂ ਕਰਨ ਲੱਗੇ ਨੇ, m1 ਵਾਲੀਆਂ ਇਕੱਠੀਆਂ ਕਰ ਲਓ। ਇਧਰ ਕਿਹੜੀ ਹੈ ਸਾਡੇ ਕੋਲ m2 v2, ਇਹਨੂੰ ਉਧਰ ਲੈ ਕੇ ਅਸੀਂ ਸਾਡੇ ਕੋਲ ਆ ਗਿਆ -m2 u2। m1 ਵਾਲੀਆਂ ਇੱਕ ਸਾਈਡ ਤੇ m2 ਵਾਲੀਆਂ ਆਪਾਂ ਇੱਕ ਸਾਈਡ ਤੇ ਕਰ ਲੈਣਾ। ਇਸ ਸਟੈਪ ਨੂੰ ਤੁਸੀਂ ਯਾਦ ਰੱਖਣਾ ਹੈ। ਜਦੋਂ ਵੀ ਕੋਲੀਜ਼ਨ ਵਾਲਾ ਆਰਟੀਕਲ ਆਵੇ ਉਹਦੇ ਵਿੱਚ ਇਹ ਵਾਲਾ ਸਟੈਪ ਹੈ ਇਹਨੂੰ ਯਾਦ ਰੱਖਣਾ ਹੈ। ਹੁਣ ਇਹਨਾਂ ਚੋਂ ਸਾਡੇ ਕੋਲ m1 ਕਾਮਨ ਆ ਗਿਆ, u1 v1 ਇਕੁਅਲ ਟੂ ਇਧਰੋਂ ਸਾਡੇ ਕੋਲ ਹੈ m2 ਹੈ ਸਾਡੇ ਕੋਲ ਕਾਮਨ ਆ ਗਿਆ। ਇੱਥੇ ਆ ਗਿਆ v2 ਮਾਈਨਸ ਸਾਡੇ ਕੋਲ ਆ ਜਾਏਗਾ u2। ਦਿਸ ਇਜ਼ ਇਕੁਏਸ਼ਨ ਨੰਬਰ 2। ਅਸੀਂ ਮਾਸਿਸ ਨੂੰ ਆਪਾਂ ਕਾਮਨ ਕੱਢ ਲਿਆ। ਅੱਗੇ ਲਿਖਾਂਗੇ ਆਲਸੋ ਸਾਨੂੰ ਪਤਾ ਬੇਟਾ ਕਿਨੈਟਿਕ એનર્ਜੀ ਇਜ਼ ਕੰਜ਼ਰਵਡ। ਕਿਨੈਟਿਕ એનર્ਜੀ ਵੀ ਕੰਜ਼ਰਵ ਹੁੰਦੀ ਹੈ। ਜੇ ਕਿਨੈਟਿਕ એનર્ਜੀ ਕੰਜ਼ਰਵ ਹੈ ਤਾਂ ਮਤਲਬ ਜਿੰਨੀ ਕਿਨੈਟਿਕ એનર્ਜੀ ਪਹਿਲਾਂ ਸੀ ਉਹ ਆਫਟਰ ਕੋਲੀਜ਼ਨ ਦੇ ਇਕੁਅਲ ਹੋਏਗੀ। ਨਾਓ ਕਿਨੈਟਿਕ એનર્ਜੀ ਦਾ ਫਾਰਮੂਲਾ ਹਾਫ mv²। ਬੋਲੋ ਵੀ ਪਹਿਲਾਂ ਕਿੰਨੀ ਸੀ ਕੋਲੀਜ਼ਨ ਤੋਂ ਪਹਿਲਾਂ ਬਾਡੀ A ਦੀ ਹਾਫ m1 u1² ਪਲੱਸ ਹਾਫ m2 u2²। ਬੇਟਾ ਇਹ ਮੈਂ ਪਿਛਲੇ ਲੈਕਚਰ ਵਿੱਚ ਸਾਰਾ ਸਮਝਾ ਚੁੱਕਾ। ਆ ਵੀ ਇਕੁਏਸ਼ਨ ਮੈਂ ਉੱਥੇ ਡਰਾਈਵ ਕੀਤੀ ਸੀ। ਦਿਸ ਇਜ਼ ਅ ਕਿਨੈਟਿਕ એનર્ਜੀ ਬਾਡੀ A, ਇਹ ਬਾਡੀ B ਦੀ ਬਿਫੋਰ ਕੋਲੀਜ਼ਨ। ਇਹ ਬਿਫੋਰ ਕੋਲੀਜ਼ਨ ਵਾਲੀ ਕੀ ਦੇ ਇਕੁਅਲ ਹੋਏਗੀ ਹਾਫ m1 v1² ਪਲੱਸ ਹਾਫ m2 v2²। ਇਹ ਜਿਹੜੀ ਹੈ ਫਾਈਨਲ ਵੈਲੋਸਿਟੀ ਦੇ ਇਕੁਅਲ ਹੋਗੀ। ਇਸ ਪਹਿਲਾਂ ਮੇਰੀ ਰਿਕੁਐਸਟ ਹੈ ਕਿ ਪਿਛਲਾ ਲੈਕਚਰ ਹੈ ਬੇਟਾ ਚੰਗੇ ਤਰੀਕੇ ਨਾਲ ਉਹਨੂੰ ਸਟੱਡੀ ਕਰੋ। ਹਾਫ ਦੋਨਾਂ ਵਿੱਚੋਂ ਕਾਮਨ, ਇਧਰੋਂ ਵੀ ਹਾਫ ਕਾਮਨ, ਹਾਫ ਨਾਲ ਹਾਫ ਕੈਂਸਲ। ਸਾਡੇ ਕੋਲ ਕੀ ਆਏਗਾ m1 u1² ਪਲੱਸ m2 u2² ਇਕੁਅਲ ਟੂ ਸਾਡੇ ਕੋਲ ਕਿੰਨਾ ਆ ਗਿਆ m1 v1² ਤੇ ਅੱਗੇ ਆ ਗਿਆ m2 v2²। ਹਾਂਜੀ ਬੇਟਾ ਕਲੀਅਰ। ਅਸੀਂ ਕਿਹੜਾ ਸਟੈਪ ਇੱਥੇ ਕੀਤਾ ਸੀ ਕਿ m1 ਵਾਲੀਆਂ ਟਰਮਸ ਇੱਕ ਸਾਈਡ ਤੇ ਕਰਾਂਗੇ
ਸਾਡੇ ਕੋਲ m1 u1 ਸਕੁਅਰ ਇਧਰ ਹੈਗਾ, ਆਹ ਵਾਲੀ ਟਰਮ ਇਧਰ ਲਿਆਓ ਮਾਈਨਸ ਦੀ ਹੋ ਜਾਏਗੀ, m1 v1 ਸਕੁਅਰ ਇਕੁਅਲ ਟੂ m2 ਵਾਲੀ ਪਹਿਲਾਂ ਲਿਖ ਲਓ, ਸਾਡੇ ਕੋਲ ਇਧਰ ਪਈ ਹੋਈ ਹੈ, ਇਹਨੂੰ ਚੁੱਕ ਕੇ ਉਧਰ ਲੈ ਜਾਾਂਗੇ ਤੇ ਮਾਈਨਸ m2 u2 ਦਾ ਕਿੰਨਾ ਆ ਗਿਆ ਸਾਡੇ ਕੋਲ ਸਕੁਅਰ ਆ ਗਿਆ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਇਹ ਕਲੀਅਰ ਹੋ ਗਿਆ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਮੈਂ ਇੱਥੇ ਤੱਕ ਰੱਬ ਕਰ ਰਿਹਾ, ਇਕੁਏਸ਼ਨ ਮੈਂ ਸਿਰਫ ਆ ਲਿਖਣ ਦਾ ਛੱਡ ਦਿੱਤੀ ਹੈ, ਇਕੁਏਸ਼ਨ ਨੰਬਰ ਜਿਹੜੀ ਮੇਰੀ 2 ਸੀ ਉਹ ਮੈਂ ਲਿਖੀ ਰਹਿਣ ਦਿੱਤੀ। ਇਹਦੇ ਵਿੱਚੋਂ m1 ਕਾਮਨ ਕੱਢਣ ਲੱਗੇ ਆ, m1 ਬਾਹਰ ਆ ਗਿਆ, ਸਾਡੇ ਕੋਲ ਆ ਜਾਏਗਾ u1 ਸਕੁਅਰ ਮਾਈਨਸ that is v1 square is equal to ਸਾਡੇ ਕੋਲ ਆ ਗਿਆ m2, ਇਥੋਂ ਕਾਮਨ m2 ਆ ਗਿਆ, now it is v2 square minus u2 ਦਾ ਸਾਡੇ ਕੋਲ ਕੀ ਆ ਗਿਆ ਸਕੁਅਰ ਆ ਗਿਆ। ਹਾਂਜੀ ਬੇਟਾ ਕਲੀਅਰ। ਇੱਕ ਫਾਰਮੂਲਾ ਬੇਟਾ ਤੁਸੀਂ ਪੜਿਆ ਹੈ a ਸਕੁਅਰ ਮਾਈਨਸ b ਸਕੁਅਰ, ਇਹ 10th ਕਲਾਸ ਵਿੱਚ ਤੁਸੀਂ ਮੈਥ ਵਿੱਚ ਪੜਿਆ ਹੀ ਹੈ। a ਸਕੁਅਰ ਮਾਈਨਸ b ਸਕੁਅਰ ਹੋਵੇ ਤੇ a ਮਾਈਨਸ b a ਪਲੱਸ b, ਇੱਥੇ ਕੀ ਆਏਗਾ, ਅਸੀਂ ਫਾਰਮੂਲਾ ਲਗਾਉਣ ਲੱਗੇ ਆ m1 ਇੱਕ ਵਾਰੀ ਆ ਜਾਏਗਾ u1 ਮਾਈਨਸ v1, ਇੱਕ ਵਾਰੀ ਆ ਜਾਏਗਾ u1 ਪਲੱਸ v1, a ਮਾਈਨਸ b a ਪਲੱਸ b, a ਸਕੁਅਰ ਮਾਈਨਸ b ਸਕੁਅਰ ਦਾ ਫਾਰਮੂਲਾ ਲਗਾਤਾ ਮੈਂ, a ਮਾਈਨਸ b a ਪਲੱਸ b ਇਕੁਅਲ ਟੂ m2, ਇੱਥੇ ਵੀ ਲੱਗ ਜਾਏਗਾ, ਸਾਡੇ ਕੋਲ ਆ ਜਾਏਗਾ v2 ਮਾਈਨਸ u2 ਤੇ ਅੱਗੇ ਆ ਜਾਏਗਾ v2 plus u2, this is equation number 3। ਸਾਡੇ ਕੋਲ ਬੇਟਾ ਦੋ ਇਕੁਏਸ਼ਨਸ ਬਣ ਗਿਆ, ਇੱਕ ਇਕੁਏਸ਼ਨ ਨੰਬਰ 3 ਹੈ ਤੇ ਇੱਕ E2 ਹੈ। ਇਹ ਕਾਈਨੈਟਿਕ એનર્ਜੀ ਨੂੰ ਸੋਲਵ ਕਰਕੇ ਬਣੀ ਤੇ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਸਾਡੇ ਕੋਲ ਜਿਹੜੀ ਹੈ ਮੋਮੈਂਟਮ ਨੂੰ ਜਿਹੜਾ ਕੰਜ਼ਰਵ ਕੀਤਾ ਸੀ ਉਹ ਤੋਂ ਸੋਲਵ ਕਰਕੇ ਇਹ ਜਿਹੜੀ ਹੈ ਇਕੁਏਸ਼ਨ ਤੁਹਾਡੇ ਕੋਲ ਬਣੀ ਹੈ। ਆਈ ਥਿੰਕ ਕਿ ਤੁਹਾਨੂੰ ਬੇਟਾ ਇਹ ਚੀਜ਼ ਜਿਹੜੀ ਹੈ ਕਲੀਅਰ ਹੋ ਗਈ। ਨਾਓ ਅਸੀਂ ਕੀ ਕਰਨ ਲੱਗੇ ਆ, ਇਕੁਏਸ਼ਨ ਨੰਬਰ 3 ਨੂੰ ਹਮ ਧਿਆਨ ਨਾਲ ਦੇਖਣਾ ਬੇਟਾ, ਇਕੁਏਸ਼ਨ ਨੰਬਰ ਜਿਹੜੀ 3 ਹੈ ਇਹਨੂੰ 2 ਦੇ ਨਾਲ ਡਿਵਾਈਡ ਕਰਨ ਲੱਗੇ। ਇੱਥੇ ਲਿਖਣ ਲੱਗਾ ਮੈਂ ਇਕੁਏਸ਼ਨ ਨੰਬਰ 3 ਨੂੰ 2 ਦੇ ਨਾਲ ਅਸੀਂ ਕੀ ਕਰਾਂਗੇ ਡਿਵਾਈਡ, ਇਹ ਲਾਈਨ ਇੱਥੇ ਆਏਗੀ, ਡਿਵਾਈਡਿੰਗ 3 by 2 we get 3 ਨੰਬਰ ਨੂੰ ਜਿਹੜਾ ਹੈ 2 ਦੇ ਨਾਲ ਅਸੀਂ ਡਿਵਾਈਡ ਕਰ ਲੈਂਦੇ ਹਾਂ। ਬੇਟਾ ਇਹ ਜਿਹੜੀਆਂ ਇਕੁਏਸ਼ਨ ਹੈ ਨਾ ਜਿਹੜੀ ਆ ਨੰਬਰ 2 ਵਾਲੀ, ਇਹਨੂੰ ਤੁਸੀਂ ਯਾਦ ਰੱਖਣਾ ਹੈ ਤੇ ਇਹਨੇ ਅਸੀਂ ਗਾਂ ਇਹਨੂੰ ਫਰਦਰ ਵੀ ਯੂਜ਼ ਕਰਨਾ ਹੈ। ਮੈਂ ਹੁਣ ਤੇ ਮੈਂ ਇੱਥੇ ਜਿਹੜਾ ਇਹਨੂੰ ਮੈਂ ਰੱਬ ਕਰਨ ਲੱਗਾ, ਪਰ ਬਾਅਦ ਵਿੱਚੋਂ ਮੈਂ ਦੁਬਾਰਾ ਇਹਨੂੰ ਲਿਖ ਕੇ ਮੈਂ ਯੂਜ਼ ਕਰਾਂਗਾ। ਇਹ ਇਕੁਏਸ਼ਨ ਮੈਂ ਥੱਲੇ ਉਤਾਰ ਦੇਣਾ, m1 u1 minus v1 is equal to m2 v2 minus u2, ਆ ਸੀਗੀ ਮੇਰੀ ਇਕੁਏਸ਼ਨ ਨੰਬਰ 2, ਇਹ ਮੈਂ ਥੱਲੇ ਲਿਖ ਦਿੱਤੀ ਹੈ। ਇਹਨੂੰ ਮੈਂ ਦੁਬਾਰਾ ਯੂਜ਼ ਕਰਨਾ ਇਸ ਕਰਕੇ ਮੈਨੂੰ ਥੱਲੇ ਲਿਖ ਦਿੱਤਾ, ਤੁਸੀਂ ਨਹੀਂ ਲਿਖਣੀ ਹੱਲੇ। ਨਾਓ ਡਿਵਾਈਡਿੰਗ 3 by 2, ਇਹਨੂੰ ਇਹਦੇ ਨਾਲ ਡਿਵਾਈਡ ਕਰਨਾ ਹੈ। ਹੁਣ ਮੈਂ ਇਹਨੂੰ ਰੱਬ ਕਰਨ ਲੱਗਾ ਇੱਥੋਂ, ਕਿਉਂਕਿ ਇਕੁਏਸ਼ਨ ਨੰਬਰ 3 ਮੈਂ ਲਿਖਤੀ ਥੱਲੇ। ਨਾਓ ਡਿਵਾਈਡ ਕਰੋ m1 u1 minus v1 u1 plus v1, ਇਹ ਇਕੁਏਸ਼ਨ ਨੰਬਰ ਮੇਰੀ 3 ਹੈ, ਇਹਨੂੰ ਡਿਵਾਈਡ ਕਰਨਾ ਹੈ 2 ਦੇ ਨਾਲ, ਥੱਲੇ ਆ ਗਿਆ m1 u1 minus v1 equal to, ਪਹਿਲਾਂ ਆ ਲਿਖ ਲਓ m2 v2 minus u2, ਸਾਡੇ ਕੋਲ ਆ ਗਿਆ v2 plus u2, ਡਿਵਾਈਡ ਕਰ ਦਾਂਗੇ ਅਸੀਂ ਇਸ ਪਾਸੇ ਕੀ ਹੈ ਸਾਡੇ ਕੋਲ m2 v2 minus u2, ਅਸੀਂ ਡਿਵਾਈਡ ਕਰਤਾ ਇਕੁਏਸ਼ਨ ਨੰਬਰ 2 ਨਾਲ। m1 ਨਾਲ m1 ਕੈਂਸਲ, ਆ ਟਰਮਸ ਕੈਂਸਲ ਹੋ ਗਈਆਂ, m2 ਨਾਲ ਆ ਕੈਂਸਲ, ਆ ਵੀ ਕੈਂਸਲ, we get ਸਾਡੇ ਕੋਲ ਕੀ ਬਚਿਆ u1 plus v1, ਇਥੋਂ ਬਚ ਗਿਆ u1 plus ਕਿੰਨਾ ਬਚਿਆ v1 equal to ਸਾਡੇ ਕੋਲ ਬਚੇਗਾ v2 plus u2, ਇਹ ਸਾਡੇ ਕੋਲ ਜਿਹੜੀ ਹੈ ਇਕੁਏਸ਼ਨ ਬਚ ਗਈ। u ਵਾਲੀਆਂ ਟਰਮਸ ਇਕੱਠੀਆਂ ਕਰ ਲਓ, v ਵਾਲੀਆਂ ਟਰਮਸ ਵੀ ਇਕੱਠੀਆਂ ਕਰ ਲਓ, ਸਾਡੇ ਕੋਲ ਆਏਗਾ u1 ਇਧਰੋਂ ਇਧਰ ਆਈ ਮਾਈਨਸ u2 ਇਕੁਅਲ ਟੂ, ਆ ਪਹਿਲਾਂ ਹੀ ਇਧਰ ਹੈਗਾ v2, ਇਹਨੂੰ ਉਧਰ ਲੈ ਜਾਓ, ਮਾਈਨਸ ਸਾਡੇ ਕੋਲ ਕਿੰਨਾ ਆ ਗਿਆ v1। ਇਹ ਵਾਲੀ ਜਿਹੜੀ ਇਕੁਏਸ਼ਨ ਹੈ
ਇਹਦੇ ਬਾਰੇ ਅਸੀਂ ਹੁਣ ਡਿਸਕਸ਼ਨ ਕਰਨੀ ਹੈ ਕਿ ਇਸ ਇਕੁਏਸ਼ਨ ਦਾ ਮਤਲਬ ਕੀ ਹੈ। u1 u2 ਇਹ ਸਾਡੀ ਇਨੀਸ਼ੀਅਲ ਵੈਲੋਸਿਟੀਜ਼ ਨੇ, ਇਹ ਸਾਡੀ ਫਾਈਨਲ ਵੈਲੋਸਿਟੀਜ਼ ਨੇ। ਇਨੀਸ਼ੀਅਲ ਵੈਲੋਸਿਟੀ ਇਹ ਸਾਡੀ ਫਾਈਨਲ ਵੈਲੋਸਿਟੀ। ਇੱਥੇ 1 ਪਹਿਲਾਂ ਆਇਆ ਹੈ, 2 ਬਾਅਦ ਚੋਂ, ਕਿਉਂਕਿ u1 ਗ੍ਰੇਟਰ ਸੀਗਾ। ਬੇਟਾ ਅਸੀਂ ਮੰਨਿਆ ਸੀ ਪਿਛਲੇ ਲੈਕਚਰ ਨੂੰ ਧਿਆਨ ਨਾਲ ਦੇਖੋ, ਉੱਥੇ ਅਸੀਂ ਮੰਨ ਕੇ ਚੱਲੇ ਕਿ u1 u2 ਨਾਲੋਂ ਜ਼ਿਆਦਾ ਹੈ। u1 ਵਿੱਚੋਂ u2 ਮਾਈਨਸ ਕਰ ਲਿਆ ਤੇ ਇਧਰੋਂ v2 ਕਿਉਂ ਆਇਆ? ਕਿਉਂਕਿ ਉੱਥੇ ਮੈਂ ਡਿਸਕਸ ਕੀਤਾ ਸੀ ਕਿ ਸਾਡੇ ਕੋਲ ਜਿਹੜਾ ਹੈ v2 ਵੱਡਾ ਹੈ, ਵੱਡੇ ਚੋਂ ਛੋਟੀ ਹੀ ਮਾਈਨਸ ਹੋਈ ਹੈ। ਇੱਥੇ u1 ਵੱਡਾ ਹੁੰਦਾ ਹੈ, ਉੱਥੇ ਸਾਡੇ ਕੋਲ v2 ਵੱਡਾ ਸੀਗਾ। ਨਾਓ u1 u2 ਕਹਿਣ ਦਾ ਮਤਲਬ ਦੋ ਬਾਡੀਜ਼ ਜਿਹੜੀਆਂ ਪਹਿਲਾਂ ਜਾ ਰਹੀਆਂ ਸੀ ਟੱਕਰ ਹੋਣ ਤੋਂ ਪਹਿਲਾਂ, ਜਿੰਨਾ ਉਹਨਾਂ ਦਾ ਵੈਲੋਸਿਟੀ ਵਿੱਚ ਡਿਫਰੈਂਸ ਸੀਗਾ। ਮੰਨ ਲਓ ਦੋ ਬਾਡੀਜ਼ ਜਿਹੜੀਆਂ ਜਾ ਰਹੀਆਂ ਸੀ, ਇਹਦੀ ਵੈਲੋਸਿਟੀ ਜਿਹੜੀ ਅਗਲੇ ਵਾਲੇ ਦੀ ਮੰਨ ਲਓ 10 ਹੈ, ਪਿਛਲੀ ਵਾਲੇ ਦੀ ਮੰਨ ਲਓ 15 ਸੀਗੀ। ਕਿੰਨਾ ਫਰਕ ਹੈ ਦੋਨਾਂ ਦਾ? 5 ਦਾ। ਟੱਕਰ ਖਾਣ ਤੋਂ ਪਹਿਲਾਂ ਜਿਹੜਾ ਡਿਫਰੈਂਸ ਸੀਗਾ, ਤੇ ਇਹ ਕਿਹੜਾ ਡਿਫਰੈਂਸ ਹੈ? ਆਫਟਰ ਕੋਲੀਜ਼ਨ। ਇਹ ਆਫਟਰ ਕੋਲੀਜ਼ਨ ਵਾਲਾ ਡਿਫਰੈਂਸ, ਇਹ ਬਿਫੋਰ ਕੋਲੀਜ਼ਨ ਵਾਲਾ ਡਿਫਰੈਂਸ। ਕਹਿਣ ਦਾ ਮਤਲਬ ਜਿੰਨਾ ਡਿਫਰੈਂਸ ਕੋਲੀਜ਼ਨ ਤੋਂ ਪਹਿਲਾਂ ਸੀਗਾ ਵੈਲੋਸਿਟੀ ਦਾ, ਓਨਾ ਹੀ ਡਿਫਰੈਂਸ ਰਹੇਗਾ ਆਫਟਰ ਕੋਲੀਜ਼ਨ। ਫਰਕ ਨਹੀਂ ਪਿਆ। ਜੇ ਪਹਿਲਾਂ 5 ਦਾ ਫਰਕ ਸੀ, ਟੱਕਰ ਖਾਣ ਤੋਂ ਬਾਅਦ ਵੀ 5 ਦਾ ਹੀ ਫਰਕ ਆਏਗਾ। ਬਸ ਫਰਕ ਕੀ ਹੈ? ਇਹਦੇ ਵਿੱਚ u1 ਵੱਡਾ ਸੀ, u2 ਛੋਟਾ ਸੀ, ਪਰ ਉੱਥੇ ਜਿਹੜਾ ਹੈ ਟੱਕਰ ਖਾਣ ਤੋਂ ਬਾਅਦ ਜਿਹੜਾ ਹੈ v2 ਸਾਡਾ ਵੱਡਾ ਹੋ ਗਿਆ। ਮਤਲਬ a ਦੀ ਵੈਲੋਸਿਟੀ ਜ਼ਿਆਦਾ ਸੀ ਕਿਹਦੇ ਨਾਲੋਂ? b ਨਾਲੋਂ। ਆ b ਹੈ, ਆ a ਹੈ। ਟੱਕਰ ਖਾਣ ਤੋਂ ਪਹਿਲਾਂ a ਜ਼ਿਆਦਾ ਸੀ, ਜੋ ਟੱਕਰ ਹੋ ਗਈ ਹੁਣ b ਜ਼ਿਆਦਾ ਹੋ ਜਾਏਗਾ, a ਘਟ ਜਾਏਗਾ, ਬਟ ਦੋਨਾਂ ਵਿੱਚ ਡਿਫਰੈਂਸ ਜਿਹੜਾ ਹੈ ਉਹ ਸੇਮ ਰਿਹਾ, ਕਿਉਂਕਿ ਕੋਲੀਜ਼ਨ ਸਾਡੇ ਕੋਲ ਕਿਹੜੀ ਚੱਲ ਰਹੀ ਹੈ? ਇਲਾਸਟਿਕ। ਇਲਾਸਟਿਕ ਕੋਲੀਜ਼ਨ ਦੇ ਵਿੱਚ ਰਿਲੇਟਿਵ ਵੈਲੋਸਿਟੀ, ਇਹਨੂੰ ਪੂਰਾ ਕੀ ਬੋਲਦੇ ਆ ਹੁਣ ਯਾਦ ਕਰ ਲਓ, ਰਿਲੇਟਿਵ ਵੈਲੋਸਿਟੀ ਆਫ ਅਪਰੋਚ। ਇਲਾਸਟਿਕ ਕੋਲੀਜ਼ਨ ਦੇ ਵਿੱਚ ਰਿਲੇਟਿਵ ਵੈਲੋਸਿਟੀ ਆਫ ਅਪਰੋਚ, ਇਹਨੂੰ ਬੋਲਦੇ ਹਾਂ ਅਸੀਂ ਰਿਲੇਟਿਵ ਵੈਲੋਸਿਟੀ ਆਫ ਅਪਰੋਚ। ਜਿੰਨੀ ਵੈਲੋਸਿਟੀ ਨਾਲ ਇਹ ਅਪਰੋਚ ਕਰ ਰਹੇ ਸੀ ਬਿਫੋਰ, ਇਹ ਕਦੋਂ ਦੀ ਗੱਲ ਹੈ? ਬਿਫੋਰ ਕੋਲੀਜ਼ਨ। ਉਹ ਕੀ ਦੇ ਇਕੁਅਲ ਆਇਆ? ਇਹ ਵੀ ਸਾਡੇ ਕੋਲ ਕੀ ਹੈ? ਰਿਲੇਟਿਵ ਵੈਲੋਸਿਟੀ। ਕਦੋਂ ਦੀ ਗੱਲ ਹੈ? ਆਫਟਰ ਕੋਲੀਜ਼ਨ। ਜਿੰਨੀ ਵੈਲੋਸਿਟੀ ਜਿਹੜੀ ਹੈ ਰਿਲੇਟਿਵ ਵੈਲੋਸਿਟੀ ਆਫ ਸੈਪਰੇਸ਼ਨ ਕਰ ਲਓ, ਰਿਲੇਟਿਵ ਵੈਲੋਸਿਟੀ ਆਫ separation after collision, relative velocity of separation after collision। हाँ जी, आई थिंक ਤੁਹਾਨੂੰ ਕਲੀਅਰ ਹੋ ਗਿਆ। ਕਹਿਣ ਦਾ ਮਤਲਬ ਜਿੰਨੀ ਵੈਲੋਸਿਟੀ ਨਾਲ ਉਹ ਅਪਰੋਚ ਕਰ ਰਹੇ ਸੀ, ਰਿਲੇਟਿਵ ਜਿੰਨਾ ਡਿਫਰੈਂਸ ਦੇ ਨਾਲ ਉਹ ਆਪਸ ਵਿੱਚ ਅਪਰੋਚ ਕਰ ਰਹੇ ਸੀ, ਮਤਲਬ 5 ਦਾ ਫਰਕ ਸੀ, ਟੱਕਰ ਹੋ ਵੀ ਜਾਏਗੀ, ਟੱਕਰ ਤੋਂ ਬਾਅਦ ਵੀ ਉਹਨਾਂ ਵਿੱਚ ਓਨਾ ਹੀ ਡਿਫਰੈਂਸ ਹੋਏਗਾ, ਓਨੀ ਹੀ ਵੈਲੋਸਿਟੀ ਨਾਲੋਂ ਸੈਪਰੇਟ ਹੋ ਜਾਣਗੇ। ਅਪਰੋਚ ਦਾ ਮਤਲਬ ਹੈ ਟੱਕਰ ਮਾਰਨ ਲੱਗਿਆ, ਸੈਪਰੇਸ਼ਨ ਦਾ ਮਤਲਬ ਹੈ ਕਿ ਉਹਨੇ ਟੱਕਰ ਖਾਣ ਤੋਂ ਬਾਅਦ ਸੈਪਰੇਟ ਹੋ ਜਾਣਾ। ਆਈ ਥਿੰਕ ਤੁਹਾਨੂੰ ਇੱਥੇ ਤੱਕ ਜਿਹੜਾ ਹੈ ਉਹ ਕਲੀਅਰ ਹੋ ਗਿਆ। ਇਹ ਸੈਪਰੇਸ਼ਨ ਦੇ ਜਿਹੜੇ ਸਪੈਲਿੰਗਸ ਨੇ ਇਹ ਤੁਸੀਂ ਦੇਖ ਲੈਣਾ। SE ਆਏਗਾ ਪਹਿਲਾਂ, ਇੱਥੇ ਤੁਸੀਂ E ਪਾ ਲਓ, ਇੱਥੇ A ਭੁਲੇਖਾ ਪੈ ਗਿਆ। ਹਾਂਜੀ, ਰਿਲੇਟਿਵ ਵੈਲੋਸਿਟੀ ਆਫ ਸੈਪਰੇਸ਼ਨ। ਆਈ ਥਿੰਕ ਕਲੀਅਰ। ਕੁਐਸਚਨ ਕਿਸ ਤਰ੍ਹਾਂ ਦਾ ਆਉਂਦਾ? ਕੁਐਸਚਨ ਤੁਹਾਡੇ ਕੋਲ ਕੀ ਆਏਗਾ? ਸ਼ੋ ਦੈਟ ਡਿਊਰਿੰਗ ਜਾਂ ਇਨ ਇਲਾਸਟਿਕ ਕੋਲੀਜ਼ਨ in one dimension। क्वेश्चन की आंसर नोट कर लो। show that in elastic collision in one dimension the relative velocity of approach before collision is equal to relative velocity of separation after collision। इथों तक तुसी जिहड़ा है इनू प्रूव करके आना है कि जिन्नी वेलोसिटी दे डिफरेंस दे नाल वो आपस विच अप्रोच कर रही सीआं ते टक्कर खान तो बाद
ਓਨੀ ਹੀ ਵੈਲੋਸਿਟੀ ਦੇ ਡਿਫਰੈਂਸ ਦੇ ਨਾਲ ਉਹ ਸੈਪਰੇਟ ਹੋ ਜਾਣਗੀਆਂ। ਇੱਥੋਂ ਤੱਕ ਤੁਸੀਂ ਜਿਹੜਾ ਹੈ ਉਹਨੂੰ ਪ੍ਰੂਵ ਕਰਕੇ ਆਣਾ। ਨਾਓ ਆਓ ਇਸ ਨੂੰ ਜਿਹੜਾ ਅਸੀਂ ਫਰਦਰ ਕੰਟੀਨਿਊ ਕਰਦੇ ਹਾਂ। ਮੈਂ ਸਾਰਾ ਕੁਝ ਜਿਹੜਾ ਇੱਥੋਂ ਰੱਬ ਕਰਨ ਜਾ ਰਿਹਾ ਤੇ ਅਸੀਂ ਸਿਰਫ ਦੋ ਇਕੁਏਸ਼ਨਸ ਜਿਹੜੀਆਂ ਇੱਥੇ ਮੈਂ ਲਿਖੀਆਂ ਰਹਿਣ ਦੇਣੀਆਂ, ਇੱਕ ਤੇ ਆਹ ਵਾਲਾ ਰਿਜ਼ਲਟ ਤੇ ਇੱਕ ਨੀਚੇ ਜਿਹੜਾ ਤੁਹਾਨੂੰ ਦੱਸਿਆ ਇਕੁਏਸ਼ਨ ਨੰਬਰ 2 ਮੋਮੈਂਟਮ ਕੰਜ਼ਰਵੇਸ਼ਨ ਵਾਲਾ। ਇਹਨੂੰ ਤੁਸੀਂ ਆਪਣੇ ਨਾਲ ਰੱਖਣਾ ਹਮੇਸ਼ਾ। ਇਹ ਮੋਮੈਂਟਮ ਕੰਜ਼ਰਵੇਸ਼ਨ ਤੇ ਇਹ ਰਿਲੇਟਿਵ ਵੈਲੋਸਿਟੀ ਆਫ ਅਪਰੋਚ ਵਾਲਾ। ਅਸੀਂ ਕੀ ਕਰਦੇ ਹਾਂ ਹੁਣ, ਹੈਡਿੰਗ ਕੀ ਹੈ ਸਾਡੇ ਕੋਲ, ਕੈਲਕੂਲੇਸ਼ਨ ਆਫ V1 ਐਂਡ V2। ਇਹ ਜਿਹੜੀ ਇਹਨਾਂ ਦੀ ਫਾਈਨਲ ਵੈਲੋਸਿਟੀਜ਼ ਨੇ, ਇਹਨਾਂ ਨੂੰ ਜਿਹੜਾ ਹੈ ਅਸੀਂ ਹੁਣ ਨਿਕਾਲਣ ਜਾ ਰਹੇ ਹਾਂ। ਫਾਈਨਲ ਵੈਲੋਸਿਟੀਜ਼ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਕੈਲਕੂਲੇਟ ਕਰਨਾ ਹੈ, ਇੱਕ V1 ਤੇ ਇੱਕ V2। ਨਾਓ ਇਹ ਇਕੁਏਸ਼ਨ ਜਿਹੜੀ ਹੈ ਸਾਡੀ, ਇਹਨੂੰ ਅਸੀਂ ਨੰਬਰ 4 ਕਹਿ ਦਿੰਦੇ ਆ। ਕਿਹੜੀ ਇਕੁਏਸ਼ਨ? ਜਿਹੜੀ ਰਿਲੇਟਿਵ ਵੈਲੋਸਿਟੀ ਆਫ ਅਪਰੋਚ, ਜਿਹੜਾ ਸਾਡਾ ਰਿਜ਼ਲਟ ਹੈ। ਇਹਦੇ ਵਿੱਚੋਂ ਅਸੀਂ V2 ਦੀ ਵੈਲਿਊ ਫਾਈਂਡ ਕਰਦੇ ਹਾਂ from equation number 4 V2 equal to, हाँ दसो बेटा V2 कितना आएगा, इनू असी इधर लैके कितना आएगा साढ़े कोल U1 माइनस U2 प्लस V1। असी इथों V2 की वैल्यू फाइंड की थी, आ वाली वैल्यू आप जिहड़े लेफ्ट साइड ते लैके ए उधर जाके जिहड़ी है वो प्लस में आ जाएगी, U1 माइनस U2 plus V1। Now put the value of V2 in equation number 2 we get, ਜਿਹੜੀ ਸਾਡੀ ਇਕੁਏਸ਼ਨ ਨੰਬਰ 2 ਹੈ ਇਹਦੇ ਵਿੱਚ ਅਸੀਂ V2 ਦੀ ਜਿਹੜੀ ਵੈਲਿਊ ਹੈ ਉਹਨੂੰ ਆਪਾਂ ਪੁੱਟ ਕਰਨ ਲੱਗੇ ਹਾਂ। ਜਿੱਥੇ V2 ਹੈ ਨਾ ਉਹਦੇ ਵਿੱਚ ਅਸੀਂ ਵੈਲਿਊ ਪੁੱਟ ਕਰ ਦੇਣੀ ਹੈ। ਆਓ ਇਸ ਨੂੰ ਪੁੱਟ ਕਰੀਏ ਇਕੁਏਸ਼ਨ ਨੰਬਰ 2 ਦੇ ਵਿੱਚ। ਆ ਸਾਡੀ ਇਕੁਏਸ਼ਨ ਨੰਬਰ 2 ਹੈ ਜਿਹੜੀ ਮੈਂ ਲਿਖੀ ਸੀ ਪਹਿਲਾਂ। ਨਾਓ ਕੀ ਹੈ ਸਾਡੇ ਕੋਲ, ਕੀ ਆਏਗਾ, M1 U1 minus V1 is equal to M2। now what is V2? हाँ जी बेटा V2 ਦੀ ਵੈਲਿਊ ਆ ਵਾਲੀ ਇੱਥੇ ਪੁੱਟ ਕਰਨ ਲੱਗਾ, ਦੇਖ ਲਓ U1 माइनस U2 प्लस कितना हैगा साढ़े को V1। आ सारी वैल्यू साड़ी V2 दी, अगे माइनस कितना हैगा साढ़े को, देखो साढ़े को आ गया U2 ते इथे आ गई साढ़े को ब्रैकेट बंद हो गई। आई थिंक कि तुहानू जिहड़ा इस दा क्लीयर हो गया बेटा। थोड़ी जी कैलकुलेशन जिहड़ी है ए वड्डी है, इस करके इहदी जिहड़ी है प्रैक्टिस जिहड़ी है वध तो वध करनी है। ए क्वेश्चन पूरा वड्डा कंप्लीट भी आ सकता है 6 मार्क्स का, इत्थों तक भी आ सकता है कि रिलेटिव वेलोसिटी ऑफ सेपरेशन ते रिलेटिव वेलोसिटी ऑफ अप्रोच इक्वल प्रूव करके दिओ सिर्फ इलास्टिक कोलिजन दे विच। आओ इस नूं असीं सॉल्व करते हैं। हुण बेटा देखो जदों असीं V2 की वैल्यू पुट करती सिर्फ ते सिर्फ विच V1 ही रह गया जे, असीं V1 की वैल्यू निकाल लावांगे इत्थों विच। नाउ इनू पहला ब्रैकेट ओपन करो, M1 U1 माइनस M1 V1 इक्वल टू, नाउ माइनस U2 कितना हो गया, -2U2। बेटा ए इकट्ठे हो जाने हैं, -2U2 हो जाएगा। आओ ब्रैकेट खोल दिए नाल नाल, M2 इंटू U1 माइनस M2 नाल 2 आ गया U2। ए 2 किथों आ गया, क्योंकि U2 ते U2 जेड़े ने वो 2U2 बन गया, 2U2 साइन ते इन्हां दा माइनस दा ही रहना है ते आ M2 नाल मल्टीप्लाई हो गया ते प्लस कितना आएगा साढ़े कोल M2 ते नाल आ गया साढ़े कोल V1, M2 मल्टीप्लाई बाय V1। V1 वालियां टर्म्स एक साइड ते कर दो। आ V1 ए भी V1 है, इनू चुक के आपां उधर ले जन्ने आ ते इन्हां नू सारे नू आपां इधर ले आने आ। साडे को की आ गया M1 U1, इनू इधर ले आओ माइनस M2 U1, इनू इधर ले आओ प्लस 2M2 U2 इक्वल टू, इनू उधर ले जाओ। जो इनू उधर लेके जाओगे प्लस हो जाएगा M1 V1
ਤੇ ਇਧਰ ਕੀ ਹੈਗਾ ਸਾਡੇ ਕੋਲ m2v1 ਇਹ ਉਧਰ ਜਾ ਕੇ ਕਲੀਅਰ ਬੇਟਾ। ਨਾਓ m1 ਤੇ ਇਧਰੋਂ ਸਾਡੇ ਕੋਲ u1 ਆ ਵੀ ਸਾਡੇ ਕੋਲ ਬੇਟਾ u1 ਹੈ, ਇਹਨਾਂ ਚੋਂ ਕਾਮਨ ਕੱਢ ਦੋ। ਸਾਡੇ ਕੋਲ ਆ ਗਿਆ m1 m2 ਤੇ ਇਹਨਾਂ ਚੋਂ ਕਾਮਨ ਆ ਗਿਆ u1 plus 2m2 u2 equal to मैं u1 ਕਾਮਨ ਕੱਢ ਲਿਆ। ਇਧਰੋਂ ਸਾਡੇ ਕੋਲ ਕਾਮਨ v1 ਹੈ m1 plus m2 ਤੇ ਬਾਹਰ ਸਾਡੇ ਕੋਲ ਕਿੰਨਾ ਆ ਗਿਆ v1। ਹੁਣ ਅਸੀਂ ਕੀ ਫਾਈਂਡ ਆਊਟ ਕਰਨਾ ਹੈ v1 ਤੇ v2। ਪਹਿਲਾਂ ਕੀ ਲੱਭਣ ਜਾ ਰਹੇ ਹਾਂ v1, ਇਥੋਂ v1 ਪਿਆ ਰਹਿਣ ਦੋ, ਆ ਸਾਰੀ ਬ੍ਰੈਕਟ ਜਿਹੜੀ ਹੈ ਇਹਦੇ ਨੀਚੇ ਜਾ ਕੇ ਜਿਹੜੀ ਹੈ ਉਹ ਡਿਵਾਈਡ ਹੋ ਜਾਏਗੀ ਤੇ ਸਾਡੇ ਕੋਲ ਜਿਹੜਾ ਹੈ ਕੀ ਆਏਗਾ ਇੱਥੇ ਇਕੁਏਸ਼ਨ ਕੀ ਬਣ ਜਾਏਗੀ ਸਾਡੇ ਕੋਲ। ਨਾਓ ਇਧਰਲੇ ਪਾਸੇ ਜਿਹੜਾ ਹੈ ਅਸੀਂ ਲਿਖ ਦਿੱਤਾ ਕੱਲਾ v1, ਆ ਇਹਨਾਂ ਦੇ ਨੀਚੇ ਆ ਜਾਏਗਾ ਕਿੰਨਾ ਆ ਜਾਏਗਾ m1 m2 over m1 plus m2। ਆ ਜਿਹੜੀ m1 plus m2 ਹੈ ਨੀਚੇ ਆ ਗਿਆ, ਨਾਲ ਕੀ ਲਗਾ ਦੇਖੋ u1 plus ਇਹਦੇ ਥੱਲੇ ਵੀ ਜਾਏਗਾ 2m2 u2 divided by m1 plus m2, 2m2 u2 over m1 plus m2। This is the formula to calculate the final velocity of body A। ਇਹ ਸਾਡੀ body A ਦੀ final velocity ਆ ਗਈ ਹੈ। I think ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਆਰਟੀਕਲ ਕਲੀਅਰ ਹੋਇਆ ਬੇਟਾ। ਇਹਦੇ ਵਾਸਤੇ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਹੈ ਤੁਹਾਨੂੰ ਜਿਹੜੀ ਪ੍ਰੈਕਟਿਸ ਕਰਨ ਦੀ ਜਿਹੜੀ ਹੈ ਉਹ ਲੋੜ ਹੈ। ਵੱਧ ਤੋਂ ਵੱਧ ਪ੍ਰੈਕਟਿਸ ਕਰਾਂਗੇ ਫਿਰ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਆਰਟੀਕਲ ਜਿਹੜਾ ਕਲੀਅਰ ਹੋਏਗਾ। ਨਾਓ ਜੇ ਅਸੀਂ ਹੁਣ ਕੀ ਕਰੀਏ ਕਿ ਜਿਹੜੀ v2 ਦੀ ਵੈਲਿਊ ਫਾਈਂਡ ਕੀਤੀ ਸੀ ਆਪਾਂ, v2 ਦੀ ਵੈਲਿਊ ਪੁੱਟ ਕੀਤੀ ਸੀ ਨਾ ਇਕੁਏਸ਼ਨ ਨੰਬਰ 2 ਚ, ਤੇ ਜੇਕਰ ਅਸੀਂ v1 ਦੀ ਵੈਲਿਊ ਪੁੱਟ ਕਰ ਦਿੰਦੇ, ਅਸੀਂ v2 ਦੀ ਵੈਲਿਊ ਕੱਢ ਕੇ ਇਕੁਏਸ਼ਨ ਨੰਬਰ 2 ਚ ਭਰੀ ਸੀ ਤੇ ਕਾਹਦੀ ਵੈਲਿਊ ਨਿਕਲੀ v1 ਦੀ, ਤੇ ਜੇ ਉਥੋਂ v1 ਦੀ ਵੈਲਿਊ ਕੱਢ ਕੇ ਆਪਾਂ 2 ਚ ਭਰਦੇ ਤੇ ਸਾਡੇ ਕੋਲ ਕਾਹਦੀ ਵੈਲਿਊ ਆਏਗੀ v2 ਦੀ, ਪਰ ਅਸੀਂ ਉਹਨੂੰ ਨਿਕਾਲਾਂਗੇ ਨਹੀਂ, ਅਸੀਂ ਲਿਖਾਂਗੇ similarly we have v2 ਕਿੰਨਾ ਆਏਗਾ ਉਸੇ ਤਰੀਕੇ ਨਾਲ ਕਰਨਾ ਹੈ। ਅਸੀਂ ਫਿਰ ਸੁਣੋ, ਅਸੀਂ ਕੀ ਕੀਤਾ ਸੀ v2 ਦੀ ਵੈਲਿਊ ਪੁੱਟ ਕੀਤੀ ਸੀ ਕੁਐਸਚਨ ਨੰਬਰ 2 ਚ। ਹੁਣ ਅਸੀਂ v1 ਦੀ ਕਰ ਦਾਂਗੇ, ਪਰ ਅਸੀਂ ਇੰਨਾ ਜ਼ਿਆਦਾ ਦੁਬਾਰਾ ਸੋਲਵ ਕਰਨ ਦੀ ਲੋੜ ਨਹੀਂ ਹੈ। ਹੁਣ ਅਸੀਂ ਜੇ v1 ਫਾਈਂਡ ਆਊਟ ਕਰ ਲਿਆ ਤੇ ਅਸੀਂ ਫਾਈਂਡ ਕਿਹੜਾ ਕਰਨਾ ਹੈ v2। ਬਸ ਆ ਸਾਰੇ ਨੰਬਰ ਜਿਹੜੇ ਨੇ ਨਾ ਇੰਟਰਚੇਂਜ ਕਰ ਦੋ, 1 ਦੀ ਜਗ੍ਹਾ ਤੇ 2 ਕਰ ਦੋ, ਆਪਣੇ ਆਪ ਤੁਹਾਡਾ ਜਿਹੜਾ ਹੈ ਉਹ ਰਿਜ਼ਲਟ ਬਣ ਜਾਏਗਾ। ਸਾਡੇ ਕੋਲ ਕੀ ਰਿਜ਼ਲਟ ਆਏਗਾ, ਪਹਿਲਾਂ m2 ਆ ਜਾਏਗਾ ਮਾਈਨਸ m1, ਥੱਲੇ ਤੇ ਸੇਮ ਹੀ ਰਹੇਗਾ ਕਿਉਂਕਿ ਪਲੱਸ ਹੈ, m1 plus m2 ਜਾਂ m2 plus m1 ਉਹ ਤਾਂ ਸੇਮ ਹੈ। ਅਸੀਂ 1 ਦੀ ਜਗ੍ਹਾ ਤੇ 2 ਚੇਂਜ ਕਰਤਾ ਹੈ ਤੇ ਇੱਥੇ 1 ਹੈ, ਇੱਥੇ u2 ਕਰ ਦਿਓ ਤੇ ਇੱਥੇ 2m1 ਆ ਜਾਏਗਾ, ਇੱਥੇ u1 ਆ ਜਾਏਗਾ ਤੇ ਥੱਲੇ ਜਿਹੜਾ ਹੈ ਉਹ ਤੇ ਸੇਮ ਰਹੇਗਾ ਕਿਉਂਕਿ ਦੋਨਾਂ ਦਾ ਨੰਬਰ ਦਾ ਪਲੱਸ ਹੀ ਹੈ। m2 plus m1 ਲਿਖੋ ਭਾਵੇਂ m1 plus m2 ਲਿਖੋ, ਸੇਮ ਹੈ। Now these are the final velocities of the two bodies। ਦੋ bodies ਦੀਆਂ ਸਾਡੀਆਂ ਜਿਹੜੀਆਂ ਨੇ final velocities ਜਿਹੜੀਆਂ ਨੇ ਉਹ ਸਾਡੇ ਕੋਲ ਜਿਹੜੀਆਂ ਉਹ ਆ ਚੁੱਕੀਆਂ ਨੇ। Now ਇਹਨਾਂ ਨੂੰ ਯਾਦ ਰੱਖਣ ਦਾ ਤਰੀਕਾ, ਇੱਕ ਯਾਦ ਕਰ ਲਓ, ਦੂਸਰੀ ਮੈਂ ਤੁਹਾਨੂੰ ਦੱਸਦਾ ਜਸਟ ਬਾਈ ਇੰਟਰਚੇਂਜਿੰਗ 1 ਐਂਡ 2। 1 ਤੇ 2 ਨੂੰ ਅਸੀਂ ਇੰਟਰਚੇਂਜ ਕਰਾਂਗੇ ਤੇ ਉੱਥੋਂ ਜਿਹੜੀ ਹੈ ਇਹਨਾਂ ਦੀ ਵੈਲਿਊ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਯਾਦ ਕਰਨ ਦਾ ਤਰੀਕਾ ਕੀ ਹੈ, ਜੇ ਅਸੀਂ v1 ਦੀ ਗੱਲ ਕਰੀਏ, v1 m1 ਵਿੱਚੋਂ m2 ਮਾਈਨਸ ਕਰਨਾ ਹੈ, 1 ਦੀ ਗੱਲ ਕਰ ਰਹੇ ਹਾਂ ਤੇ 1 ਵਿੱਚੋਂ 2 ਮਾਈਨਸ, ਥੱਲੇ ਤੇ ਪਲੱਸ ਹੀ ਆਣਾ ਦੋਨੋਂ ਦਾ, ਤੇ ਨਾਲ ਬਾਹਰ ਵੀ ਜਿਹੜਾ ਹੈ u1 ਆਏਗਾ ਜੇ ਪਲੱਸ, ਤੇ ਜੇ ਇੱਥੇ u1 ਚਲ ਗਿਆ ਤੇ ਬਾਕੀ ਸਾਰਾ u2 ਵਾਲਾ 2m2 u2 over m1 plus m2, ਨੀਚੇ ਤੇ ਦੋਨਾਂ ਦੇ ਥੱਲੇ m1 plus m2 ਹੈ। ਜੇ v1 ਦੀ ਗੱਲ ਕਰੀਏ ਤੇ m1 minus m2 ਬਾਹਰ u1, ਅੱਗੇ ਪਲੱਸ 2 ਲਗਾ ਕੇ m2 u2, ਬਾਕੀ ਡਿਨੋਮੀਨੇਟਰ ਸਾਡਾ ਜਿਹੜਾ ਹੈ ਉਹ ਬਿਲਕੁਲ ਪਹਿਲੇ ਵਰਗਾ ਹੀ ਸੇਮ ਹੈ। ਨਾਓ
ਇਸ ਦੇ ਜਿਹੜੇ ਨੇ ਕੁਝ ਜਿਹੜੇ ਆਪਾਂ ਆਰਟੀਕਲਸ ਜਿਹੜੇ ਨੇ ਆਪਾਂ ਫਰਦਰ ਜਿਹੜਾ ਆਪਾਂ ਇਹਨੂੰ ਡਿਸਕਸ ਕਰਨਾ ਹੈ, ਕੁਝ ਕੇਸਿਸ ਨੇ ਉਹਨਾਂ ਨੂੰ ਅਸੀਂ ਜਿਹੜਾ ਆਪਾਂ ਡਿਸਕਸ ਕਰਾਂਗੇ। ਨਾਓ ਦਾ ਫਸਟ ਕੇਸ, ਪਹਿਲਾਂ ਮੈਂ ਕੇਸ ਲਿਖ ਲੈਣਾ ਫਿਰ ਨਾਲ ਦੇ ਨਾਲ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਨਾਓ ਇਹ ਮੈਂ ਦੁਬਾਰਾ ਜਿਹੜੀਆਂ ਨੇ ਵੈਲੋਸਿਟੀਜ਼ ਜਿਹੜੀਆਂ ਨੇ ਫਾਈਨਲ ਲਿਖ ਦਿੱਤੀਆਂ ਉੱਪਰ। ਆਓ ਸਭ ਨਾਲ ਪਹਿਲਾਂ ਫਸਟ ਕੇਸ ਆਪਾਂ ਡਿਸਕਸ ਕਰਦੇ ਹਾਂ। when two body of same masses collide, ਮੰਨ ਲਓ ਜਿਨ੍ਹਾਂ ਦੀ ਟੱਕਰ ਹੋ ਰਹੀ ਹੈ ਉਹਨਾਂ ਦੇ ਮਾਸਿਸ ਸੇਮ ਨੇ, ਸੇਮ ਮਾਸਿਸ ਵਾਲੀਆਂ ਜਿਹੜੀਆਂ ਬਾਡੀਜ਼ ਕੋਲਾਈਡ ਕਰਨ ਲੱਗੀਆਂ। ਬੇਟਾ ਮੈਂ ਡਾਇਗਰਾਮ ਦੁਬਾਰਾ ਬਣਾਈ। ਆ ਬਾਡੀ A ਹੈ, ਇਹ ਬਾਡੀ B ਹੈ, A ਦਾ ਵੀ ਮਾਸ m ਹੈ, A ਦਾ ਵੀ ਮਾਸ ਕਿੰਨਾ ਹੈ m। A ਦੀ ਇਨੀਸ਼ੀਅਲ ਵੈਲੋਸਿਟੀ u1 ਸੀ, A ਦੀ u2। ਇਹ ਬਿਫੋਰ ਕੋਲੀਜਨ ਦੀ ਡਾਇਗਰਾਮ, ਇਹ ਆਫਟਰ ਕੋਲੀਜਨ ਦੀ ਹੈ। A ਦੀ ਫਾਈਨਲ v1 ਹੋ ਗਈ, O ਦੀ ਫਾਈਨਲ v2। ਬਟ ਇਸ ਡਾਇਗਰਾਮ ਵਿੱਚ ਮੈਂ ਕੀ ਸ਼ੋ ਕੀਤਾ ਹੈ ਕਿ ਦੋਨਾਂ ਮਾਸ ਜਿਹੜੀ ਬਾਡੀਜ਼ ਨੇ ਉਹਨਾਂ ਦੇ ਮਾਸਿਸ ਜਿਹੜੇ ਨੇ ਉਹ ਸੇਮ ਨੇ। ਹੇਅਰ m1 equal to m2 equal to m, ਦੋਨੋਂ ਮਾਸਿਸ ਜਿਹੜੇ ਨੇ ਇਕੁਅਲ ਨੇ। ਹੁਣ ਅਸੀਂ ਆ ਇਕੁਏਸ਼ਨ ਦੇ ਵਿੱਚ m1 ਦੀ ਜਗ੍ਹਾ ਤੇ ਵੀ m ਭਰਾਂਗੇ, m2 ਦੀ ਜਗ੍ਹਾ ਤੇ ਵੀ ਅਸੀਂ m ਪੁੱਟ ਕਰਕੇ ਅਸੀਂ ਇਹਨਾਂ ਦੀ ਵੈਲਿਊ ਨਿਕਾਲਦੇ ਹਾਂ। ਨਾਓ ਜਦੋਂ ਅਸੀਂ v1 ਦੀ ਗੱਲ ਕਰੀਏ, ਇੱਥੇ m ਇੱਥੇ ਵੀ m ਆਏਗਾ ਕਿਉਂਕਿ ਦੋਨੋਂ ਸੇਮ ਨੇ। m m ਸਾਡੇ ਕੋਲ ਕਿੰਨਾ ਹੋ ਗਿਆ 0। ਇਹਦਾ ਮਤਲਬ ਸਾਰੀ ਟਰਮ 0 ਹੋ ਜਾਏਗੀ ਕਿਉਂਕਿ 0 ਨੂੰ ਜਦੋਂ ਕਿਸੇ ਨਾਲ ਡਿਵਾਈਡ ਕਰੋ ਜਾਂ ਮਲਟੀਪਲਾਈ ਕਰੋ 0, ਸਾਡੇ ਕੋਲ ਕਿੰਨਾ ਆ ਗਿਆ 0 ਪਲੱਸ ਇੱਥੇ ਆ ਗਿਆ ਆਪਾਂ 2 ਦਾ ਆ ਗਿਆ 2, m2 ਦੀ ਜਗ੍ਹਾ ਤੇ ਆ ਗਿਆ m, ਨਾਲ ਆ ਗਿਆ ਸਾਡੇ ਕੋਲ u2 ਡਿਵਾਈਡਡ ਬਾय ਆ ਵੀ m ਆ ਵੀ m ਪਲੱਸ m ਕਿੰਨਾ ਆ ਜਾਏਗਾ ਸਾਡੇ ਕੋਲ 2m। ਤੇ 2m ਨਾਲ 2m ਕੀ ਹੋ ਗਿਆ ਸਾਡੇ ਕੋਲ ਕੈਂਸਲ, ਆ ਤੇ 0 ਅਸੀਂ ਛੱਡ ਦਿੱਤਾ, ਕੱਲਾ ਕੀ ਰਹਿ ਗਿਆ ਸਾਡੇ ਕੋਲ ਰਹਿ ਗਿਆ u2। v1 ਦੀ ਵੈਲਿਊ ਕਿਹਦੇ ਇਕੁਅਲ ਆ ਗਈ u2 ਦੇ ਇਕੁਅਲ ਆ ਗਈ। ਆਓ ਪਹਿਲਾਂ ਅਸੀਂ ਦੂਸਰੀ ਵੀ ਨਿਕਾਲੀਏ। ਹੁਣ ਅਸੀਂ v2 ਨਿਕਾਲਣਾ ਹੈ। m1 ਤੇ m2 ਸੇਮ ਨੇ, ਇੱਥੇ ਵੀ m ਪੁੱਟ ਕਰਾਂਗੇ m m, ਇਹ ਸਾਰਾ ਅਗੇਨ ਕਿੰਨਾ ਹੋ ਗਿਆ 0 ਪਲੱਸ ਤੇ ਇਥੋਂ ਕੀ ਆ ਜਾਏਗਾ 2, m1 ਦੀ ਜਗ੍ਹਾ ਤੇ m, ਨਾਲ ਆ ਜਾਏਗਾ ਸਾਡੇ ਕੋਲ u1 ਡਿਵਾਈਡਡ ਬਾय 2m ਕਿਉਂਕਿ m ਪਲੱਸ m, 2m ਨਾਲ 2m ਕੈਂਸਲ and we get only u1, ਸਾਡੇ ਕੋਲ ਸਿਰਫ ਤੇ ਸਿਰਫ u1 ਬਚਿਆ। ਆਓ ਇਸ ਚੀਜ਼ ਨੂੰ ਡਿਸਕਸ ਕਰੀਏ, ਬੜੀ ਇੰਪੋਰਟੈਂਟ ਚੀਜ਼ ਹੈ। ਤੇ ਬੇਟਾ ਇਸ ਰਿਜ਼ਲਟ ਨੂੰ ਹਮੇਸ਼ਾ ਯਾਦ ਰੱਖਣਾ ਹੈ, ਜਦੋਂ ਦੋ ਬਾਡੀਜ਼ ਦੇ ਵਿੱਚ ਟੱਕਰ ਹੋਵੇ, ਕਿਹੜੀਆਂ ਬਾਡੀਜ਼ ਜਿਨ੍ਹਾਂ ਦਾ ਮਾਸ ਸੇਮ ਹੈ। ਹਾਂਜੀ ਬੇਟਾ ਕਲੀਅਰ, ਜਿਨ੍ਹਾਂ ਦਾ ਮਾਸ ਸੇਮ ਹੈ ਉਹਨਾਂ ਦੇ ਵਿੱਚ ਟੱਕਰ ਹੋਵੇ ਤੇ ਕੀ ਹੋਏਗਾ, ਧਿਆਨ ਨਾਲ ਦੇਖੋ। v1 ਇਹ ਮੇਰੀ ਫਾਈਨਲ ਵੈਲੋਸਿਟੀ ਹੈ, ਧਿਆਨ ਦੇਖੋ ਇਹ ਫਾਈਨਲ ਹੈ A ਦੀ ਫਾਈਨਲ ਹੈ, ਕੀ ਦੇ ਇਕੁਅਲ ਆ ਗਈ u2, ਕਹਿਣ ਦਾ ਮਤਲਬ B ਦੀ ਇਨੀਸ਼ੀਅਲ। ਹਾਂਜੀ ਬੇਟਾ ਕਲੀਅਰ, ਜਿਹੜੀ A ਬਾਡੀ ਹੈ ਨਾ ਉਹ ਕਿੰਨੀ ਸਪੀਡ ਨਾਲ ਜਾਏਗੀ ਜਿੰਨੀ ਨਾਲ ਜਿਹੜੀ B ਪਹਿਲਾਂ ਜਾ ਰਹੀ ਸੀ। ਕਹਿਣ ਦਾ ਮਤਲਬ ਇਧਰ ਦੇਖੋ ਬੇਟਾ, ਇਹਨੂੰ ਸਮਝੋ, A ਦੀ ਮੰਨ ਲਓ 10 ਹੈ, ਅਗਲੇ ਵਾਲੇ ਦੀ ਜਿਹੜੀ ਸੀਗੀ 8, ਟੱਕਰ ਖਾਣ ਤੋਂ ਬਾਅਦ ਕੀ ਹੋਏਗਾ, ਜਿਹੜੀ ਇਹਦੀ 8 ਹੋ ਜਾਏਗੀ ਤੇ ਉਹਦੀ 10 ਹੋ ਜਾਏਗੀ। ਹਾਂਜੀ ਬੇਟਾ ਕਲੀਅਰ, ਫਿਰ ਸੁਣੋ, ਇਹ ਇਨੀਸ਼ੀਅਲ A ਦੀ, ਆ A ਦੀ ਹੈ, ਆ B ਦੀ ਹੈ, ਆ A ਦੀ ਤੇ ਆ ਸਾਡੀ ਵੈਲਿਊ B ਦੀ ਹੈ। ਕਹਿਣ ਦਾ ਮਤਲਬ ਦੇਖੋ V1, ਆ V1 ਹੈ ਸਾਡੀ, ਇਹ ਸਾਡੀ V2 ਹੈ, ਇਹ ਸਾਡੀ U2 ਹੈ, ਇਹ ਸਾਡੀ ਕਿਹੜੀ ਹੈ U1। V1 ਦੀ ਵੈਲਿਊ U2 ਦੇ ਬਰਾਬਰ ਆਈ, ਕਹਿਣ ਦਾ ਮਤਲਬ V1 ਦੀ ਵੈਲਿਊ U2 ਦੇ ਬਰਾਬਰ। ਜੇ B ਬਾਡੀ 8 ਨਾਲ ਜਾ ਰਹੀ ਸੀ ਨਾ ਤੇ ਟੱਕਰ ਖਾਣ ਤੋਂ ਬਾਅਦ ਕੀ ਹੋਏਗਾ, A ਵਾਲੀ ਬਾਡੀ ਜਿਹੜੀ 8 ਨਾਲ ਜਾਏਗੀ ਤੇ ਇਹ 10 ਨਾਲ ਆ ਰਹੀ ਸੀ ਤੇ ਹੁਣ ਅਗਲੀ ਬਾਡੀ 10 ਨਾਲ ਜਾਏਗੀ। ਕਹਿਣ ਦਾ ਮਤਲਬ ਦੇ ਵਿਲ ਇੰਟਰਚੇਂਜ देयर ਵੈਲੋਸਿਟੀਜ਼। ਜੇ A 10 ਨਾਲ ਆ ਰਹੀ ਹੈ ਤੇ B 8 ਨਾਲ ਜਾ ਰਹੀ ਸੀ,
ਟੱਕਰ ਖਾਣ ਤੋਂ ਬਾਅਦ ਕੀ ਹੋਏਗਾ, ਜਿਹੜੀ A ਹੈ ਨਾ ਉਹ 8 ਨਾ ਜਾਏਗੀ ਤੇ ਜਿਹੜੀ B ਹੈ ਉਹ 8 ਦੀ ਜਗ੍ਹਾ ਤੇ ਉਹ 10 ਨਾ ਜਾਏਗੀ। ਦੋਨੋਂ ਬਾਡੀਜ਼ ਆਪਣੀਆਂ ਵੈਲੋਸਿਟੀਜ਼ ਨੂੰ ਇੰਟਰਚੇਂਜ ਕਰ ਲੈਣਗੀਆਂ। ਇਹ ਯਾਦ ਰੱਖਣਾ ਹੈ, v1 equal to u2 and v2 equal to u1. This show that the bodies will interchange their velocities. ਉਹ ਆਪਣੀਆਂ velocities ਜਿਹੜੀਆਂ ਨੇ ਇੰਟਰਚੇਂਜ ਕਰਨਗੀਆਂ। ਇਹ ਯਾਦ ਰੱਖਣਾ ਹੈ, ਕਦੋਂ ਦੋ ਬਾਡੀਜ਼ ਆਪਣੀਆਂ ਵੈਲੋਸਿਟੀ ਇੰਟਰਚੇਂਜ ਕਰਦੀਆਂ ਨੇ? ਕਦੋਂ? ਜਦੋਂ ਦੋਨਾਂ ਬਾਡੀਜ਼ ਦਾ ਮਾਸ ਜਿਹੜਾ ਹੈ ਜੇਕਰ ਉਹ ਸੇਮ ਹੈ ਤੇ ਟੱਕਰ ਖਾਣ ਤੋਂ ਬਾਅਦ ਦੋਨੋਂ ਬਾਡੀਜ਼ ਜਿਹੜੀਆਂ ਨੇ ਆਪਣੀਆਂ ਵੈਲੋਸਿਟੀਜ਼ ਨੂੰ ਇੰਟਰਚੇਂਜ ਕਰ ਲੈਣਗੀਆਂ। ਆਈ ਥਿੰਕ ਤੁਹਾਨੂੰ ਇਹ ਪਹਿਲਾ ਜਿਹੜਾ ਹੈ ਕੇਸ ਇਹ ਕਲੀਅਰ ਹੋ ਗਿਆ। ਇਸ ਤੋਂ ਬਾਅਦ ਮੈਂ ਇਹਦਾ ਨੈਕਸਟ ਕੇਸ ਜਿਹੜਾ ਹੈ ਉਹ ਨੈਕਸਟ ਲੈਕਚਰ ਦੇ ਵਿੱਚ ਮੈਂ ਡਿਸਕਸ ਕਰਾਂਗਾ। ਥੈਂਕ ਯੂ।